ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਬਰਾਂ ਤੇ। ਸਿਖਰ ਸੰਮੇਲਨ ਇਸ ਵਾਰ ਅਗਸਤ 'ਚ ਕਿਸੇ ਸਮੇਂ ਵੀ ਅਮਰੀਕਾ 'ਚ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਸਿਖਰ ਸੰਮੇਲਨ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ੀਦਾ ਨਾਲ ਤਿਕੋਣਾ ਸੰਮੇਲਨ ਕਰਨਗੇ। ਸੂਤਰਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ੀਦਾ 18 ਅਗਸਤ ਨੂੰ ਵਾਸ਼ਿੰਗਟਨ ਨੇੜੇ ਕੈਂਪ ਡੇਵਿਡ ਵਿਖੇ ਤਿਕੋਣਾ ਸੰਮੇਲਨ ਕਰਨਗੇ। ਤਿੰਨਾਂ ਨੇਤਾਵਾਂ ਤੋਂ ਮੈਰੀਲੈਂਡ 'ਚ ਅਮਰੀਕੀ ਰਾਸ਼ਟਰਪਤੀ ਦੇ ਰਿਟਰੀਟ ਤੇ ਸੰਮੇਲਨ ਦੌਰਾਨ ਉੱਤਰੀ ਕੋਰੀਆ ਦੇ ਪਰਮਾਣੂ ਅਤੇ ਮਿਜ਼ਾਈਲ ਖਤਰਿਆਂ ਦੇ ਖਿਲਾਫ ਬਚਾਅ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਤੇ ਚਰਚਾ ਕਰਨ ਦੀ ਉਮੀਦ ਹੈ। ਰਾਸ਼ਟਰਪਤੀ ਦਫ਼ਤਰ ਨੇ ਇੱਕ ਨੋਟਿਸ 'ਚ ਸਵੀਕਾਰ ਕੀਤਾ ਹੈ ਕਿ ਸਿਖਰ ਸੰਮੇਲਨ ਅਗਸਤ 'ਚ ਕਿਸੇ ਸਮੇਂ ਅਮਰੀਕਾ 'ਚ ਹੋਵੇਗਾ, ਪਰ ਕਿਹਾ ਹੈ ਕਿ ਤਿੰਨਾਂ ਪੱਖਾਂ ਵਿਚਕਾਰ ਤਾਲਮੇਲ ਤੋਂ ਬਾਅਦ ਸਹੀ ਮਿਤੀ ਅਤੇ ਸਥਾਨ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਨੇ ਨਵੀਂ ਜ਼ਰੂਰਤਾਂ ਲੈ ਲਈ ਹੈ, ਕਿਉਂਕਿ ਅੜਿੱਕਾ ਸ਼ਾਸਨ ਨੇ ਪਿਛਲੇ ਹਫ਼ਤੇ ਇੱਕ ਠੋਸ ਈਂਧਨ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦੀ ਸ਼ੁਰੂਆਤ ਸਮੇਤ ਆਪਣੇ ਹਥਿਆਰਾਂ ਦੇ ਪਰੀਖਣ ਨੂੰ ਵਧਾ ਦਿੱਤਾ ਹੈ। ਬਾਈਡਨ ਨੇ ਤਿੰਨ ਪੱਖੀ ਸਿਖਰ ਸੰਮੇਲਨ ਦਾ ਪ੍ਰਸਤਾਵ ਦਿੱਤਾ ਸੀ ਜਦੋਂ ਤਿੰਨੋਂ ਨੇਤਾ ਮਈ ਵਿੱਚ ਜਾਪਾਨ ਦੇ ਹੀਰੋਸ਼ੀਮਾ 'ਚ ਇੱਕ G7 ਸਿਖਰ ਸੰਮੇਲਨ 'ਚ ਮਿਲੇ ਸਨ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫ਼ਤਰ ਨੇ ਉਸ ਸਮੇਂ ਕਿਹਾ ਸੀ ਕਿ ਨੇਤਾਵਾਂ ਨੇ ਤਿੰਨ ਪੱਖੀ ਸਹਿਯੋਗ ਨੂੰ ਨਵੇਂ ਪੱਧਰ ਤੇ ਵਿਕਸਿਤ ਕਰਨ, ਉੱਤਰੀ ਕੋਰੀਆ ਦੇ ਪਰਮਾਣੂ ਖਤਰੇ ਦੇ ਵਿਰੁੱਧ ਰਣਨੀਤਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਕਾਨੂੰਨ ਦੇ ਸ਼ਾਸਨ ਤੇ ਆਧਾਰਿਤ ਆਜ਼ਾਦ ਅਤੇ ਖੁੱਲ੍ਹੇ ਅੰਤਰਰਾਸ਼ਟਰੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਹਿਮਤੀ ਪ੍ਰਗਟਾਈ ਹੈ। ਕੈਂਪ ਡੇਵਿਡ ਵਿਖੇ ਤਿੰਨਾਂ ਆਗੂਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਉੱਤਰੀ ਕੋਰੀਆ ਦੀ ਮਿਜ਼ਾਈਲ ਚੇਤਾਵਨੀ ਡੇਟਾ ਨੂੰ ਅਸਲ ਸਮੇਂ 'ਚ ਸਾਂਝਾ ਕਰਨ ਲਈ ਨਵੰਬਰ 'ਚ ਕੰਬੋਡੀਆ 'ਚ ਇੱਕ ਤਿਕੋਣੇ ਸੰਮੇਲਨ ਦੌਰਾਨ ਆਪਣੇ ਸਮਝੌਤੇ ਤੇ ਪ੍ਰਗਤੀ ਦੀ ਜਾਂਚ ਕਰਨਗੇ। ਹੋਰ ਵਿਸ਼ਿਆਂ ਜਿਨ੍ਹਾਂ ਨੂੰ ਉਹ ਸੰਬੋਧਿਤ ਕਰਨ ਦੀ ਸੰਭਾਵਨਾ ਰੱਖਦੇ ਨੇ ਉਹ ਹਨ ਸਪਲਾਈ ਚੇਨ ਦੇ ਮੁੱਦੇ ਅਤੇ ਯੂਕਰੇਨ 'ਚ ਚੱਲ ਰਹੇ ਯੁੱਧ ਪ੍ਰਤੀ ਉਹਨਾਂ ਦਾ ਜਵਾਬ। ਇਹ ਪਹਿਲੀ ਵਾਰ ਹੋਵੇਗਾ ਜਦੋਂ ਤਿੰਨੋਂ ਨੇਤਾ ਪੂਰੀ ਤਰ੍ਹਾਂ ਨਾਲ ਤਿਕੋਣੀ ਸੰਮੇਲਨ ਦੇ ਉਦੇਸ਼ ਨਾਲ ਮਿਲਣਗੇ, ਨਾ ਕਿ ਕਿਸੇ ਬਹੁਪੱਖੀ ਇਕੱਠ ਦੇ ਹਾਸ਼ੀਏ ਤੇ। ਇਹ ਦੱਖਣੀ ਕੋਰੀਆ ਅਮਰੀਕਾ ਗੱਠਜੋੜ ਦੀ 70ਵੀਂ ਵਰ੍ਹੇਗੰਢ ਦੇ ਮੌਕੇ ਤੇ ਯੂਨ ਦੇ ਵਾਸ਼ਿੰਗਟਨ ਦੌਰੇ ਦੇ 4 ਮਹੀਨੇ ਬਾਅਦ ਹੀ ਆਵੇਗਾ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਕੇਸ ਵਿੱਚ ਮੁੜ ਸੁਣਵਾਈ ਦੀ ਬੋਲੀ ਹਾਰ ਗਏ ਨੇ, ਜਿਸ ਵਿੱਚ ਇੱਕ ਜਿਊਰੀ ਨੇ ਉਸ ਨੂੰ ਕਾਲਮਨਵੀਸ ਜੀਨ ਕੈਰੋਲ ਨੂੰ ਜਿਨਸੀ ਸ਼ੋਸ਼ਣ ਅਤੇ ਬਦਨਾਮ ਕਰਨ ਲਈ ਜ਼ਿੰਮੇਵਾਰ ਪਾਇਆ ਹੈ। ਜਿਊਰੀ ਨੇ ਟਰੰਪ ਨੂੰ ਕਾਲਮਨਵੀਸ ਦੀ ਕੁੱਟਮਾਰ ਦਾ ਦੋਸ਼ੀ ਪਾਇਆ, ਪਰ ਸਾਬਕਾ ਰਾਸ਼ਟਰਪਤੀ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਉਣ ਤੇ ਰੋਕ ਲਗਾ ਦਿੱਤੀ ਹੈ। ਟਰੰਪ ਨੂੰ $5 ਮਿਲੀਅਨ ਦਾ ਹਰਜਾਨਾ ਅਦਾ ਕਰਨ ਦੇ ਹੁਕਮ ਵੀ ਦਿੱਤੇ ਨੇ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਕੇਸ 'ਚ ਮੁੜ ਸੁਣਵਾਈ ਦੀ ਬੋਲੀ ਹਾਰ ਗਏ ਨੇ, ਜਿਸ ਵਿੱਚ ਇੱਕ ਜਿਊਰੀ ਨੇ ਉਸ ਨੂੰ ਕਾਲਮਨਵੀਸ ਜੀਨ ਕੈਰੋਲ ਨੂੰ ਜਿਨਸੀ ਸ਼ੋਸ਼ਣ ਅਤੇ ਬਦਨਾਮ ਕਰਨ ਲਈ ਜ਼ਿੰਮੇਵਾਰ ਪਾਇਆ ਹੈ। ਜੀਨ ਕੈਰੋਲ 79 ਸਾਲਾਂ ਨੇ ਟਰੰਪ ਤੇ 1990 ਦੇ ਦਹਾਕੇ ਦੇ ਅੱਧ 'ਚ ਮੈਨਹਟਨ ਡਿਪਾਰਟਮੈਂਟ ਸਟੋਰ ਦੇ ਡਰੈਸਿੰਗ ਰੂਮ 'ਚ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ ਤੇ ਫਿਰ ਅਕਤੂਬਰ 2022 'ਚ ਉਸ ਦੇ ਸੱਚ ਸੋਸ਼ਲ ਪਲੇਟਫਾਰਮ ਤੇ ਇੱਕ ਪੋਸਟ 'ਚ ਇਸ ਘਟਨਾ ਨੂੰ ਧੋਖਾ ਦਿੱਤਾ ਸੀ। ਜਿਊਰੀ ਨੇ ਟਰੰਪ ਨੂੰ ਕਾਲਮਨਵੀਸ ਦੀ ਕੁੱਟਮਾਰ ਦਾ ਦੋਸ਼ੀ ਪਾਇਆ, ਪਰ ਸਾਬਕਾ ਰਾਸ਼ਟਰਪਤੀ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਉਣ ਤੋਂ ਰੋਕ ਦਿੱਤਾ। ਟਰੰਪ ਨੂੰ $5 ਮਿਲੀਅਨ ਦਾ ਹਰਜਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਸਾਬਕਾ ਰਾਸ਼ਟਰਪਤੀ ਦੇ ਵਕੀਲਾਂ ਨੇ ਨਵੇਂ ਮੁਕੱਦਮੇ ਦੀ ਆਪਣੀ ਬੋਲੀ 'ਚ ਦਲੀਲ ਦਿੱਤੀ ਸੀ ਕਿ ਅਦਾਲਤ ਨੂੰ ਹਰਜਾਨੇ ਤੇ ਨਵੇਂ ਮੁਕੱਦਮੇ ਦੀ ਸੁਣਵਾਈ ਦਾ ਹੁਕਮ ਦੇਣਾ ਚਾਹੀਦਾ ਹੈ ਜਾਂ ਰਿਮਿਟੀਟਰ ਦੇਣ ਦਾ ਆਦੇਸ਼ ਦੇਣਾ ਚਾਹੀਦਾ ਹੈ, ਕਿਉਂਕਿ ਬਲਾਤਕਾਰ ਦੇ ਮੁੱਦਈ ਦੇ ਦਾਅਵੇ ਦੇ ਉਲਟ ਜਿਊਰੀ ਨੇ ਪਾਇਆ ਕਿ ਉਸ ਨਾਲ ਬਲਾਤਕਾਰ ਨਹੀਂ ਕੀਤਾ ਗਿਆ ਸੀ, ਪਰ ਬਚਾਅ ਪੱਖ ਦੁਆਰਾ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਬੁੱਧਵਾਰ ਨੂੰ 59 ਪੰਨਿਆਂ ਦੇ ਫੈਸਲੇ ਦੇ ਵਿੱਚ US ਜ਼ਿਲ੍ਹਾ ਜੱਜ ਲੂਇਸ ਕਪਲਨ ਨੇ ਫੈਸਲਾ ਦਿੱਤਾ ਕਿ ਜਿਊਰੀ ਹਰਜਾਨੇ ਦੀ ਮਾਤਰਾ ਦੀ ਗਣਨਾ ਕਰਨ 'ਚ ਗੰਭੀਰ ਤੌਰ ਤੇ ਗਲਤ ਨਤੀਜੇ ਤੇ ਨਹੀਂ ਪਹੁੰਚੀ, ਜਿਵੇਂ ਕਿ ਟਰੰਪ ਦੇ ਵਕੀਲਾਂ ਦੁਆਰਾ ਦਲੀਲ ਦਿੱਤੀ ਗਈ ਸੀ, ਤੇ ਇੱਕ ਨਵੇਂ ਮੁਕੱਦਮੇ ਲਈ ਉਸ ਦੀ ਬੇਨਤੀ ਨੂੰ
ਖਾਰਜ ਕਰ ਦਿੱਤਾ ਸੀ। ਮੂਲ ਮੁਕੱਦਮੇ ਦੀ ਪ੍ਰਧਾਨਗੀ ਕਰਨ ਵਾਲੇ ਜੱਜ ਕਪਲਨ ਨੇ ਲਿਖਿਆ ਕਿ ਮੁਕੱਦਮੇ ਦੇ ਸਬੂਤ ਨੇ ਸ਼ਬਦ ਦੇ ਸਾਦੇ ਅਰਥਾਂ 'ਚ ਟਰੰਪ ਨੇ ਕੈਰੋਲ ਨਾਲ ਬਲਾਤਕਾਰ ਕੀਤਾ। ਇਹ ਪਤਾ ਲਗਾਉਣਾ ਕਿ ਕੈਰੋਲ ਇਹ ਸਾਬਤ ਕਰਨ 'ਚ ਅਸਫਲ ਰਹੀ ਕਿ ਨਿਊਯਾਰਕ ਪੀਨਲ ਲਾਅ ਦੇ ਅਰਥਾਂ 'ਚ ਉਸ ਨਾਲ ਰੇਪ ਹੋਇਆ ਸੀ, ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਇਹ ਸਾਬਤ ਕਰਨ 'ਚ ਅਸਫਲ ਰਹੀ ਕਿ ਮਿਸਟਰ ਟਰੰਪ ਨੇ ਉਸ ਨਾਲ ਬਲਾਤਕਾਰ ਕੀਤਾ, ਕਿਉਂਕਿ ਬਹੁਤ ਸਾਰੇ ਲੋਕ ਆਮ ਤੌਰ ਤੇ ਬਲਾਤਕਾਰ ਸ਼ਬਦ ਨੂੰ ਸਮਝਦੇ ਹਨ, ਜੱਜ ਕਪਲਨ ਦੇ ਹਵਾਲੇ ਨਾਲ ਕਿਹਾ। ਦਰਅਸਲ ਜਿਵੇਂ ਕਿ ਹੇਠਾਂ ਦਿੱਤੇ ਗਏ ਮੁਕੱਦਮੇ ਦੇ ਸਬੂਤ ਸਪਸ਼ਟ ਕਰਦੇ ਨੇ, ਜਿਊਰੀ ਨੇ ਪਾਇਆ ਕਿ ਟਰੰਪ ਨੇ ਅਸਲ ਵਿੱਚ ਉਹੀ ਕੀਤਾ। ਕੈਰੋਲ ਦੀ ਨੁਮਾਇੰਦਗੀ ਕਰਨ ਵਾਲੀ ਅਟਾਰਨੀ ਰੋਬਰਟਾ ਕਪਲਨ ਨੇ ਫੈਸਲੇ ਦਾ ਜਸ਼ਨ ਮਨਾਇਆ। ਜੀਨ ਕੈਰੋਲ $5 ਮਿਲੀਅਨ ਦਾ ਹਰਜਾਨਾ ਪ੍ਰਾਪਤ ਕਰਨ ਲਈ ਉਤਸੁਕ ਹੈ ਜੋ ਜਿਊਰੀ ਨੇ ਉਸ ਨੂੰ ਦਿੱਤਾ ਸੀ। ਉਸਨੇ ਦੱਸਿਆ ਕਿਆ ਉਸ ਦਾ ਮੁਵੱਕਿਲ ਅਗਲੇ ਸਾਲ ਦੇ ਸ਼ੁਰੂ ਹੋਣ ਵਾਲੇ ਇੱਕ ਹੋਰ ਮਾਣਹਾਨੀ ਦੇ ਮੁਕੱਦਮੇ 'ਚ ਟਰੰਪ ਨੂੰ ਜਵਾਬਦੇਹ ਠਹਿਰਾਉਣਾ ਜਾਰੀ ਰੱਖਣ ਦੀ ਉਮੀਦ ਕਰਦਾ ਹੈ। ਅਮਰੀਕਾ 'ਚ ਟੈਕਸਾਸ ਨੂੰ ਰਹਿਣ ਲਈ ਸਭ ਤੋਂ ਮਾੜੇ ਸੂਬੇ ਦੀ ਦਰਜਾਬੰਦੀ 'ਚ ਰੱਖਿਆ ਗਿਆ ਹੈ। ਇੱਕ ਸਰਵੇ ਮੁਤਾਬਕ ਟੈਕਸਾਸ ਤੋਂ ਇਲਾਵਾ ਓਕਲਾਹੋਮ, ਲੁਈਸਿਆਨਾ, ਦੱਖਣੀ ਕੈਰੋਲੀਨਾ ਅਤੇ ਅਲਾਬਾਮਾ ਵੀ ਇਸੇ ਸੂਚੀ 'ਚ ਆਉਂਦੇ ਨੇ, ਜਦਕਿ ਵਰਮੌਂਟ ਨੂੰ ਅਮਰੀਕਾ 'ਚ ਰਹਿਣ ਲਈ ਸਭ ਤੋਂ ਵਧੀਆ ਸੂਬਾ ਦੱਸਿਆ ਗਿਆ ਹੈ। CNBC ਨੇ ਪਿਛਲੇ ਹਫ਼ਤੇ ਸੰਯੁਕਤ ਰਾਜ 'ਚ ਰਹਿਣ ਲਈ ਸਭ ਤੋਂ ਵਧੀਆ ਤੇ ਸਭ ਤੋਂ ਮਾੜੇ ਰਾਜਾਂ ਦੀ ਆਪਣੀ ਰੈਂਕਿੰਗ ਜਾਰੀ ਕੀਤੀ ਹੈ। ਇਸ ਦੀ ਦਰਜਾਬੰਦੀ 2023 'ਚ ਕਾਰੋਬਾਰ ਲਈ ਸਭ ਤੋਂ ਵਧੀਆ ਰਾਜਾਂ ਤੇ ਨੈਟਵਰਕ ਦੀ ਸਾਲਾਨਾ ਖੋਜ ਤੇ ਆਉਂਦੀ ਹੈ। ਸੂਚੀ ਵਿੱਚ 10 ਮਾਪਦੰਡਾਂ ਵਿੱਚੋਂ ਇੱਕ ਜੀਵਨ, ਸਿਹਤ ਅਤੇ ਸ਼ਮੂਲੀਅਤ ਹੈ। ਇਸ ਤੋਂ CNBC ਰਹਿਣ ਲਈ ਸਭ ਤੋਂ ਵਧੀਆ ਤੇ ਸਭ ਤੋਂ ਮਾੜੇ ਰਾਜਾਂ ਨੂੰ ਨਿਰਧਾਰਤ ਕਰਦਾ ਹੈ। CNBC ਵਰਗਾਂ ਨੂੰ ਮਾਪਦਾ ਹੈ, ਜਿਵੇਂ ਕਿ ਪ੍ਰਤੀ ਵਿਅਕਤੀ ਅਪਰਾਧ ਦਰ, ਵਾਤਾਵਰਣ ਦੀ ਗੁਣਵੱਤਾ, ਸਿਹਤ ਸੰਭਾਲ ਤੇ ਕਰਮਚਾਰੀ ਸੁਰੱਖਿਆ ਤੇ ਹਰੇਕ ਰਾਜ ਨੂੰ 350 ਸੰਭਾਵਿਤ ਅੰਕ ਅਲਾਟ ਕਰਦਾ ਹੈ। ਟੈਕਸਾਸ ਨੂੰ 2023 ਚ ਰਹਿਣ ਅਤੇ ਕੰਮ ਕਰਨ ਲਈ ਅਮਰੀਕਾ 'ਚ ਚੋਟੀ ਦੇ 10 ਸਭ ਤੋਂ ਮਾੜੇ ਸਥਾਨਾਂ ਦੀ ਨਾਟ ਸੋ ਪਲੀਜ਼ੈਂਟ ਸੂਚੀ 'ਚ ਨੰਬਰ 1 ਸਥਾਨ ਪ੍ਰਾਪਤ ਹੋਇਆ ਹੈ। ਜੇ ਚੋਟੀ ਦੇ ਸਭ ਤੋਂ ਮਾੜੇ ਰਾਜਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਟੈਕਸਾਸ ਤੋਂ ਬਾਅਦ ਓਕਲਾਹੋਮਾ, ਲੁਈਸਿਆਨਾ, ਦੱਖਣੀ ਕੈਰੋਲੀਨਾ ਅਤੇ ਅਲਾਬਾਮਾ ਦੇ ਵਿੱਚ ਟਾਈ ਹੈ, ਦੋਨੋਂ ਇੱਕੋ ਸਪੌਟ ਤੇ ਨੇ। ਮਿਸੂਰੀ, ਇੰਡੀਆਨਾ, ਟੈਨੇਸੀ, ਅਰਕਾਨਸਾਸ, ਫਲੋਰੀਡਾ ਇਹਦੇ ਵਿੱਚ ਸ਼ਾਮਲ ਨੇ। ਇਸ ਦੇ ਉਲਟ ਵਰਮੌਂਟ ਨੇ ਰਹਿਣ ਲਈ ਸਭ ਤੋਂ ਵਧੀਆ ਸਥਾਨ ਦਾ ਪ੍ਰਸ਼ੰਸਾਯੋਗ ਸਥਾਨ ਜਿੱਤਿਆ ਹੈ। ਵਸਨੀਕ ਵਧੇਰੇ ਤਣਾਅ-ਮੁਕਤ ਅਤੇ ਸਿਹਤਮੰਦ ਨੇ। ਸੁੰਦਰ ਹਰੇ ਪਹਾੜਾਂ ਦੇ ਨਾਲ ਵਰਮੌਂਟ ਸੰਯੁਕਤ ਰਾਜ ਵਿੱਚ ਸਭ ਤੋਂ ਵਧੀਆ ਹਵਾ ਦੀ ਗੁਣਵੱਤਾ ਦੀ ਪੇਸ਼ਕਸ਼ ਕਰਦਾ ਹੈ। CNBC ਨੇ ਵਰਮੌਂਟ ਨੂੰ ਜੀਵਨ, ਸਿਹਤ ਅਤੇ ਸ਼ਮੂਲੀਅਤ 'ਚ A+ ਗ੍ਰੇਡ ਦਿੱਤਾ ਹੈ। ਰਾਜ ਦੀ ਸਭ ਤੋਂ ਵੱਡੀ ਕਮਜ਼ੋਰੀ ਵਰਕਰ ਸੁਰੱਖਿਆ ਹੈ, ਜੋ ਕਿ ਕੁਝ ਹੋਰ ਰਾਜਾਂ ਦੇ ਮੁਕਾਬਲੇ ਘੱਟ ਸਖਤ ਨੇ। ਰਹਿਣ ਤੇ ਕੰਮ ਕਰਨ ਦੇ ਲਈ ਸਿਖਰ ਦੇ 10 ਸਭ ਤੋਂ ਵਧੀਆ ਰਾਜਾਂ ਦੇ ਵਿੱਚ ਵਰਮੌਂਟ ਤੋਂ ਬਾਅਦ ਮੇਨ ਦਾ ਨਾਮ ਆਉਂਦਾ ਹੈ। ਨਿਊ ਜਰਸੀ, ਮਿਨੀਸੋਟਾ, ਹਵਾਈ, ਓਰੇਗਨ, ਵਾਸ਼ਿੰਗਟਨ, ਮੈਸੇਚਿਉਸੇਟਸ ਅਤੇ ਕੋਲੋਰਾਡੋ ਟਾਈ ਤੇ ਨੇ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਕਨੈਕਟੀਕਟ ਦਾ। ਇਹ ਰਾਜ ਰਹਿਣ ਦੇ ਲਈ ਬਿਹਤਰ ਦੱਸੇ ਗਏ ਨੇ। ਅਮਰੀਕਾ ਦੀ ਹਿਊਸਟਨ ਯੂਨੀਵਰਸਿਟੀ 'ਚ ਪੜ੍ਹ ਰਹੀ ਭਾਰਤੀ ਮੂਲ ਦੀ ਵਿਦਿਆਰਥਣ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਉਸ ਦੇ ਦਿਮਾਗ ਤੇ ਅਸਰ ਪਹੁੰਚਿਆ ਤੇ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਪਰਿਵਾਰਕ ਸੂਤਰਾਂ ਅਨੁਸਾਰ ਸੁਸੁਰਨਿਆ ਕੋਡੂਰੂ UH ਵਿੱਚ ਸੂਚਨਾ ਤਕਨਾਲੋਜੀ ਦੀ ਪੜ੍ਹਾਈ ਕਰ ਰਹੀ ਸੀ। 2 ਜੁਲਾਈ ਨੂੰ ਉਹ ਸੈਨ ਜੈਕਿੰਟੋ ਮੈਮੋਰੀਅਲ ਪਾਰਕ 'ਚ ਇੱਕ ਤਲਾਬ ਕੰਢੇ ਆਪਣੇ ਦੋਸਤ ਨਾਲ ਘੁੰਮ ਰਹੀ ਸੀ ਜਦੋਂ ਉਸ ਤੇ ਅਸਮਾਨੀ ਬਿਜਲੀ ਡਿੱਗ ਗਈ। ਸਸੁਰੋਨੀਆ ਕੁਡੂਰੂ ਦੇ ਚਚੇਰੇ ਭਰਾ ਸੁਰਿੰਦਰ ਕੁਮਾਰ ਕੋਠਾ ਨੇ ਦੱਸਿਆ ਕਿ ਅਸਮਾਨੀ ਬਿਜਲੀ ਦੀ ਚਪੇਟ 'ਚ ਆਉਣ ਕਾਰਨ ਉਹ ਤਲਾਬ 'ਚ ਡਿੱਗ ਗਈ। ਇਸ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੇ ਦਿਮਾਗ ਤੇ ਵੀ ਅਸਰ ਪਿਆ। ਕੋਠਾ ਨੇ ਕਿਹਾ ਕਿ ਉਸ ਨੂੰ ਲੰਬੇ ਸਮੇਂ ਲਈ ਅਤੇ ਤੁਰੰਤ ਡਾਕਟਰੀ ਦੇਖਭਾਲ ਦੀ ਲੋੜ ਹੈ। ਭਾਰਤ ਵਿੱਚ ਰਹਿਣ ਵਾਲੇ ਕੁਡੂਰੂ ਦੇ ਮਾਪੇ ਉਸ ਨੂੰ ਘਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਕੋਠਾ ਨੇ ਕਿਹਾ ਕਿ ਸੁਸਰੂਨੀਆ ਦੀ ਦੇਖਭਾਲ ਲਈ ਉਸ ਨੂੰ ਭਾਰਤ 'ਚ ਪਰਿਵਾਰ ਤੱਕ ਪਹੁੰਚਾਉਣ ਲਈ ਮਦਦ ਦੀ ਲੋੜ ਹੈ।
ਸੁਸਰੂਨੀਆ ਦੇ ਸਾਥੀਆਂ ਨੇ ਉਸ ਦੇ ਇਲਾਜ 'ਚ ਮਦਦ ਕਰਨ ਅਤੇ ਉਸ ਨੂੰ ਉਸ ਦੇ ਪਰਿਵਾਰ ਨਾਲ ਦੁਬਾਰਾ ਮਿਲਾਉਣ ਲਈ ਇੱਕ ਆਨਲਾਈਨ ਮੁਹਿੰਮ ਵੀ ਸ਼ੁਰੂ ਕੀਤੀ ਹੈ। ਗਰਮੀ ਨਾਲ ਸੰਬੰਧਿਤ ਘਟਨਾ 'ਚ ਡੈਥ ਵੈਲੀ ਨੈਸ਼ਨਲ ਪਾਰਕ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਨੈਸ਼ਨਲ ਪਾਰਕ ਸਰਵਿਸ ਨੇ ਕਿਹਾ ਹੈ ਕਿ ਵਿਅਕਤੀ ਜਿਸ ਦੀ ਅਜੇ ਪਛਾਣ ਨਹੀਂ ਹੋ ਸਕੀ ਗੋਲਡਨ ਕੈਨੀਅਨ ਵਿਖੇ ਇੱਕ ਰੈਸਟ ਰੂਮ ਦੇ ਬਾਹਰ ਡਿੱਗ ਗਿਆ ਕਿਉਂਕਿ ਤਾਪਮਾਨ ਲਗਭਗ 121 ਡਿਗਰੀ ਫਾਰਨਹੀਟ ਤੱਕ ਵੱਧ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਆਦਮੀ ਨੇ ਸੂਰਜ ਤੋਂ ਬਚਣ ਲਈ ਟੋਪੀ ਪਹਿਨੀ ਹੋਈ ਸੀ ਤੇ ਹਾਈਕਿੰਗ ਦੇ ਕੱਪੜੇ ਪਾਏ ਹੋਏ ਸਨ ਤੇ ਸੰਭਾਵਤ ਤੌਰ ਤੇ ਪ੍ਰਸਿੱਧ ਟ੍ਰੇਲ ਤੇ ਹਾਈਕਿੰਗ ਕਰ ਰਿਹਾ ਸੀ। ਪਾਰਕ ਦੇ ਹੋਰ ਸੈਲਾਨੀਆਂ ਨੇ ਉਸ ਆਦਮੀ ਨੂੰ ਦੇਖਿਆ ਤੇ 911 ਤੇ ਕਾਲ ਕੀਤੀ। ਨੈਸ਼ਨਲ ਪਾਰਕ ਸਰਵਿਸ ਨੇ ਕਿਹਾ ਪਾਰਕ ਰੇਂਜਰਾਂ ਨੇ ਮਿੰਟਾਂ ਬਾਅਦ ਜਵਾਬ ਦਿੱਤਾ। ਉੱਚ ਤਾਪਮਾਨ ਕਾਰਨ ਇੱਕ ਹਵਾਈ ਹੈਲੀਕਾਪਟਰ ਤੈਨਾਤ ਨਹੀਂ ਕੀਤਾ ਜਾ ਸਕਿਆ। ਬਚਾਅਕਰਤਾਵਾਂ ਨੇ CPR ਅਤੇ ਇੱਕ ਆਟੋਮੇਟਿਡ ਬਾਰੀ ਡਿਫਿਬ੍ਰਿਲੇਟਰ ਦੀ ਵਰਤੋਂ ਕੀਤੀ ਪਰ ਵਿਅਕਤੀ ਨੂੰ ਬਚਾਉਣ ਦੇ ਯੋਗ ਨਹੀਂ ਸਨ। ਏਜੰਸੀ ਨੇ ਨੋਟ ਕੀਤਾ ਕਿ 3 ਜੁਲਾਈ ਨੂੰ ਇੱਕ 65 ਸਾਲਾ ਵਿਅਕਤੀ ਦੀ ਮੌਤ ਤੋਂ ਬਾਅਦ ਇਸ ਗਰਮੀ 'ਚ ਡੈਥ ਵੈਲੀ 'ਚ ਗਰਮੀ ਨਾਲ ਸੰਬੰਧਿਤ ਇਹ ਦੂਜੀ ਮੌਤ ਸੀ। ਦੱਖਣੀ ਫਲੋਰੀਡਾ ਵਾਲਮਾਰਟ 'ਚ ਬੁੱਧਵਾਰ ਦੁਪਹਿਰ ਨੂੰ ਹੋਈ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਹੋਰ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਹੋਏ ਹੰਗਾਮੇ 'ਚ ਕਈ ਹੋਰ ਲੋਕ ਜ਼ਖਮੀ ਹੋ ਗਏ। ਮਿਆਮੀ ਡੇਡ ਪੁਲਿਸ ਦੇ ਬੁਲਾਰੇ ਅਲਵਾਰੋ ਜ਼ਬਾਲੇਟਾ ਨੇ ਦੱਸਿਆ ਕਿ ਮਿਆਮੀ ਤੋਂ ਲਗਭਗ 25 ਮੀਲ ਦੱਖਣ ਪੱਛਮ 'ਚ ਫਲੋਰੀਡਾ ਸਿਟੀ 'ਚ ਵਾਲਮਾਰਟ 'ਚ ਦੋ ਸਮੂਹਾਂ 'ਚ ਝਗੜੇ ਤੋਂ ਬਾਅਦ ਗੋਲੀਬਾਰੀ ਹੋਈ। ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਹੋਰ 5 ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਬਚਾਅ ਕਰਮਚਾਰੀਆਂ ਨੇ 2 ਪੀੜਤਾਂ ਨੂੰ ਮਿਆਮੀ ਟਰਾਮਾ ਸੈਂਟਰ 'ਚ ਪਹੁੰਚਾਇਆ ਤੇ ਬਾਅਦ 'ਚ ਇੱਕ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮਰਨ ਵਾਲਾ ਵਿਅਕਤੀ ਟਕਰਾਅ 'ਚ ਸ਼ਾਮਲ ਸੀ ਜਦਕਿ ਦੂਜਾ ਪੀੜਤ ਇੱਕ ਰਾਹਗੀਰ ਸੀ ਜਿਸ ਦੇ ਪੈਰ 'ਚ ਗੋਲੀ ਲੱਗੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਕਾਰਨ ਹੋਏ ਹੰਗਾਮੇ ਦੌਰਾਨ ਕਈ ਹੋਰ ਜ਼ਖਮੀ ਹੋ ਗਏ। ਇੱਕ ਔਰਤ ਜੋ ਡਿੱਗ ਗਈ ਉਸ ਦੇ ਸਿਰ 'ਚ ਸੱਟ ਲੱਗੀ, ਉਸ ਨੂੰ ਹਸਪਤਾਲ ਲਿਜਾਇਆ ਗਿਆ। ਅਮਰੀਕਾ 'ਚ ਸਿਫਿਲਿਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ। ਸਿਫਿਲਿਸ ਇੱਕ ਜਿਨਸੀ ਤੌਰ ਤੇ ਫੈਲਣ ਵਾਲੀ ਬਿਮਾਰੀ ਹੈ ਜੋ ਸਰੀਰਕ ਸੰਬੰਧਾਂ ਰਾਹੀਂ ਫੈਲਦੀ ਹੈ। ਔਰਤਾਂ 'ਚ ਇਸ ਬਿਮਾਰੀ ਦੇ ਜ਼ਿਆਦਾ ਮਾਮਲੇ ਆ ਰਹੇ ਨੇ। ਅਮਰੀਕਾ 'ਚ ਪਿਛਲੇ ਕੁਝ ਦਿਨਾਂ 'ਚ ਇਸ ਬਿਮਾਰੀ ਦੇ ਮਾਮਲਿਆਂ 'ਚ 90% ਤੱਕ ਦਾ ਵਾਧਾ ਹੋਇਆ ਹੈ। ਕੋਰੋਨਾ ਵਾਇਰਸ ਮਗਰੋਂ ਸਿਫਿਲਿਸ ਦੀ ਬਿਮਾਰੀ ਕਹਿਰ ਮਚਾ ਰਹੀ ਹੈ। ਅਮਰੀਕਾ 'ਚ ਸਿਫਿਲਿਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ। ਰੋਜ਼ਾਨਾ ਇਹ ਲਾਗ ਫੈਲ ਰਹੀ ਹੈ। ਸਿਫਿਲਿਸ ਇੱਕ ਜਿਨਸੀ ਤੌਰ ਤੇ ਫੈਲਣ ਵਾਲੀ ਬਿਮਾਰੀ ਹੈ। ਇਹ ਸਰੀਰਕ ਸੰਬੰਧਾਂ ਰਾਹੀਂ ਫੈਲਦੀ ਹੈ ਤੇ ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿ ਜ਼ਿਆਦਾਤਰ ਅਮਰੀਕੀ ਔਰਤਾਂ ਵਿੱਚ ਇਸ ਬਿਮਾਰੀ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ। ਡਾਕਟਰਾਂ ਮੁਤਾਬਕ ਸਿਫਿਲਿਸ ਦੀ ਬਿਮਾਰੀ ਜਾਨਲੇਵਾ ਹੋ ਸਕਦੀ ਹੈ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਸਰੀਰ ਦੇ ਕਈ ਅੰਗ ਇੱਕੋ ਸਮੇਂ ਪ੍ਰਭਾਵਿਤ ਹੋ ਸਕਦੇ ਨੇ। ਅਮਰੀਕਾ 'ਚ ਪਿਛਲੇ ਕੁਝ ਦਿਨਾਂ 'ਚ ਇਸ ਬਿਮਾਰੀ ਦੇ ਮਾਮਲਿਆਂ 'ਚ 90% ਤੱਕ ਵਾਧਾ ਹੋਇਆ ਹੈ। ਡਾਕਟਰਾਂ ਅਨੁਸਾਰ ਸਿਫਿਲਿਸ ਦੀ ਬਿਮਾਰੀ ਬੈਕਟੀਰੀਆ ਦੀ ਲਾਗ ਕਾਰਨ ਹੁੰਦੀ ਹੈ। ਇਸ ਬੈਕਟੀਰੀਆ ਨੂੰ ਟ੍ਰੈਪੋਨੇਮਾ ਪੈਲਿਡਮ ਕਿਹਾ ਜਾਂਦਾ ਹੈ। ਇਹ ਬੈਕਟੀਰੀਆ ਸਰੀਰਕ ਸੰਬੰਧ ਬਣਾਉਣ ਤੇ ਸੰਕਰਮਿਤ ਵਿਅਕਤੀ ਦੇ ਕਿਸੇ ਵੀ ਜ਼ਖਮ ਦੇ ਸੰਪਰਕ 'ਚ ਆਉਣ ਨਾਲ ਵੀ ਫੈਲ ਸਕਦੇ ਨੇ। ਇਹ ਬਿਮਾਰੀ ਸੰਕਰਮਿਤ ਮਾਂ ਤੋਂ ਉਸ ਦੇ ਬੱਚਿਆਂ 'ਚ ਵੀ ਫੈਲਦੀ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਮੁਤਾਬਕ ਇਹ ਬਿਮਾਰੀ ਕਿਸੇ ਨੂੰ ਛੂਹਣ ਜਾਂ ਉਸ ਦੇ ਕੱਪੜਿਆਂ ਜਾਂ ਬਰਤਨਾਂ ਦੀ ਵਰਤੋਂ ਕਰਨ ਨਾਲ ਨਹੀਂ ਫੈਲਦੀ, ਪਰ ਸੰਕਰਮਿਤ ਵਿਅਕਤੀ ਨਾਲ ਸਰੀਰਕ ਸੰਬੰਧ ਬਣਾਉਣ ਨਾਲ ਆਸਾਨੀ ਨਾਲ ਹੀ ਇਹਦਾ ਸ਼ਿਕਾਰ ਹੋ ਸਕਦੇ ਹੋ। ਇਸ ਬਿਮਾਰੀ ਦੇ ਲੱਛਣ ਸ਼ੁਰੂ ਹੋਣ ਵਿੱਚ 2 ਤੋਂ 3 ਹਫ਼ਤੇ ਲੱਗ ਸਕਦੇ ਨੇ। ਸ਼ੁਰੂ ਵਿੱਚ ਸਰੀਰ 'ਚ ਹਲਕੇ ਬੁਖਾਰ ਦੇ ਨਾਲ ਧੱਫੜ ਨਿਕਲਦੇ ਨੇ। ਬਾਅਦ ਵਿੱਚ ਮਾਸਪੇਸ਼ੀਆਂ 'ਚ ਦਰਦ, ਭਾਰ ਦਾ ਤੇਜ਼ੀ ਨਾਲ ਘਟਣਾ ਤੇ ਵਾਲ ਝੜਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਜੇਕਰ ਇਹ ਲੱਛਣ ਨਜ਼ਰ ਆਉਣ ਤਾਂ ਤੁਰੰਤ ਇਲਾਜ ਕਰਵਾਉਣਾ ਚਾਹੀਦਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਦਿਓ ਇਜਾਜ਼ਤ ਜਸਵੀਰ ਨੂੰ। ਦੇਖਦੇ ਰਹੋ ਟੀਵੀ ਪੰਜਾਬ।